ਪੰਜਵੀਂ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਮਾਡਲ ਪ੍ਰਸ਼ਨ ਪੱਤਰ ਦੇ ਵਿੱਚ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਅਕਾਲੀ ਦਲ ਨੇ ਜਤਾਇਆ ਇਤਰਾਜ਼ ਕਿ ਹਾਂ ਹੁਣ ਹੇਠਲੇ ਮਿਆਰ ਤੇ ਪਹੁੰਚ ਗਈ ਹੈ ਸਰਕਾਰ। ਪ੍ਰਸ਼ਨ ਪੱਤਰਾਂ ਦੇ ਜ਼ਰੀਏ ਕਰਨਾ ਚਾਹੁੰਦੀ ਹੈ ਆਪਣਾ ਪ੍ਰਚਾਰ। 17 ਸਤੰਬਰ ਨੂੰ ਕਾਲਾ ਦਿਵਸ ਮਨਾਏਗਾ ਸ਼੍ਰੋਮਣੀ ਅਕਾਲੀ ਦਲ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਕਰੇਗਾ ਮਾਰਚ। ਇਸੇ ਦਿਨ ਹੀ ਲੋਕ ਸਭਾ ਦੇ ਵਿੱਚ ਪਾਸ ਹੋਏ ਸਨ ਤਿੰਨੋਂ ਖੇਤੀ ਕਾਨੂੰਨ ਤੇ ਇਸੇ ਦਿਨ ਹੀ ਹਰਸਿਮਰਤ ਕੌਰ ਬਾਦਲ ਨੇ ਛੱਡੀ ਸੀ ਕੇਂਦਰੀ ਵਜ਼ਾਰਤ। ਕਰਨਾਲ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ। ਲਾਠੀ ਚਾਰਜ ਮਾਮਲੇ ਦੀ ਰਿਟਾਇਰਡ ਜੱਜ ਕਰਨਗੇ ਜਾਂਚ। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਿਲਣਗੀਆਂ 2 ਨੌਕਰੀਆਂ। ਹਰਿਆਣਾ ਦੀ ਕਿਸਾਨ ਜਥੇਬੰਦੀ ਨੇ ਸੀਐਮ ਮਨੋਹਰ ਲਾਲ ਨੂੰ ਖਵਾਏ ਲੱਡੂ। ਗੰਨੇ ਦੇ ਭਾਅ ਦੇ ਵਿੱਚ ਕਿਤੇ ਵਾਧੇ ਦੇ ਲਈ ਸੀਐਮ ਦਾ ਕੀਤਾ ਧੰਨਵਾਦ। ਮਨੋਹਰ ਲਾਲ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਕੀਤੇ ਗਏ ਕੰਮ ਵੀ ਗਿਣਾਏ। ਪੰਜਾਬ 'ਚ ਸੀਐਮ ਚਿਹਰੇ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੇ ਵਿਚਾਲੇ ਕੇਜਰੀਵਾਲ ਦਾ ਵੱਡਾ ਬਿਆਨ। ਨੈਸ਼ਨਲ ਕੌਂਸਲ ਦੀ ਮੀਟਿੰਗ ਦੇ ਵਿੱਚ ਬੋਲੇ ਆਮ ਆਦਮੀ ਪਾਰਟੀ 'ਚ ਅਹੁਦੇ ਅਤੇ ਟਿਕਟ ਦੀ ਲਾਲਸਾ ਰੱਖਣ ਵਾਲੇ ਨਾ ਰੱਖਣ ਵਰਕਰ। ਵੱਡਾ ਸਵਾਲ ਕਿ ਭਗਵੰਤ ਮਾਨ ਦੇ ਵੱਲ ਕੀਤਾ ਹੈ ਇਸ਼ਾਰਾ। ਲੁਧਿਆਣਾ 'ਚ ਭਿੜੇ ਯੂਥ ਕਾਂਗਰਸ ਅਤੇ ਬੀਜੇਪੀ ਦੇ ਵਰਕਰ ਇੱਕ ਦੂਜੇ ਤੇ ਚਲਾਏ ਇੱਟਾਂ ਪੱਥਰ। ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਵੀ ਕਰਨਾ ਪਿਆ ਲਾਠੀ ਚਾਰਜ। ਬੀਜੇਪੀ ਦਫ਼ਤਰ ਨੂੰ ਤਾਲਾ ਲਗਾਉਣ ਪਹੁੰਚੇ ਸਨ ਕਾਂਗਰਸੀ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਪੰਜਾਬ ਭਰ ਦੇ ਮੁਲਾਜ਼ਮ। ਅਨਾਜ ਮੰਡੀ 'ਚ ਕੀਤੀ ਰੈਲੀ। ਪ੍ਰਸ਼ਾਸਨ ਨੇ 20 ਸਤੰਬਰ ਨੂੰ ਸੀਐਮ ਦੇ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਪੰਜਵੀਂ ਦੇ ਮਾਡਲ ਪੇਪਰ ਦੀ, ਪ੍ਰਸ਼ਨ ਪੇਪਰ ਦੀ। ਜੀ ਹਾਂ, ਜਿਸ ਨੂੰ ਲੈ ਕੇ ਪੰਜਾਬ 'ਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕੁਐਸਚਨ ਪੇਪਰ ਦੇ ਜ਼ਰੀਏ ਹੁਣ ਪ੍ਰਚਾਰ ਕਰਨਾ ਚਾਹੁੰਦੀ ਹੈ ਸਰਕਾਰ। ਪੰਜਵੀਂ ਦੇ ਲਈ ਇੱਕ ਮਾਡਲ ਪ੍ਰਸ਼ਨ ਪੱਤਰ ਤਿਆਰ ਕੀਤਾ ਗਿਆ। ਉਸ ਦੀਆਂ ਕੁਝ ਤਸਵੀਰਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀਆਂ ਨੇ ਤੇ ਦਾਅਵਾ ਅਕਾਲੀ ਦਲ ਇਹ ਕਰ ਰਿਹਾ ਕਿ ਮਾਡਲ ਪ੍ਰਸ਼ਨ ਪੱਤਰ ਦੇ ਵਿੱਚ ਕੁਝ ਸਵਾਲ ਨੇ ਜਿਸ ਦੇ ਵਿੱਚ ਸਰਕਾਰ ਇਸ਼ਤਿਹਾਰ ਦੇ ਤੌਰ ਦੇ ਉੱਤੇ ਉਹਨਾਂ ਦਾ ਇਸਤੇਮਾਲ ਕਰ ਰਹੀ ਹੈ। ਸਮਾਜਿਕ ਸੁਰੱਖਿਆ ਸਕੀਮ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਇਸ਼ਤਿਹਾਰ ਦਾ ਸਵਾਲ ਪੁੱਛਿਆ ਗਿਆ। ਅਕਾਲੀ ਦਲ ਦੇ ਵੱਲੋਂ ਟਵੀਟ ਕੀਤੇ ਗਏ ਮਾਡਲ ਪ੍ਰਸ਼ਨ ਪੱਤਰ ਦੇ ਵਿੱਚ 2 ਪ੍ਰਸ਼ਨ ਸਮਾਜਿਕ ਸੁਰੱਖਿਆ ਸਕੀਮ ਮਤਲਬ ਪੈਨਸ਼ਨ ਸਕੀਮ ਨੂੰ ਲੈ ਕੇ ਪੁੱਛੇ ਗਏ ਨੇ। ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ਮਾਡਲ ਪੇਪਰ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਤਿਆਰ ਕੀਤੇ ਗਏ ਨੇ ਤੇ ਇਹਨਾਂ ਪੇਪਰਾਂ ਦੇ ਜ਼ਰੀਏ ਪ੍ਰਚਾਰ ਸਰਕਾਰ ਆਪਣਾ ਕਰਨਾ ਚਾਹੁੰਦੀ ਹੈ। ਤੁਹਾਨੂੰ ਦਿਖਾਣੇ ਆ ਇੱਕ ਵਾਰ, ਇਹ ਪੂਰਾ ਧਿਆਨ ਦੇ ਨਾਲ ਤੁਸੀਂ ਦੇਖੋ। ਵਿਚਾਲੇ ਇੱਕ ਵੱਡੀ ਫੋਟੋ ਨਜ਼ਰ ਆ ਰਹੀ ਹੈ ਤੇ ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ਇੱਕ ਸਰਕਾਰ ਦੀ ਐਡ ਹੈ ਤੇ ਉਸ ਦੇ ਨੀਚੇ ਜਿਹੜੇ ਸਵਾਲ ਕੀਤੇ ਗਏ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਸਵਾਲ ਕਿਸ ਤਰੀਕੇ ਨਾਲ ਕੀਤੇ ਗਏ ਨੇ। रुक करते हैं इस समय साडे नाल डॉक्टर दलजीत चीमा जुड़ रहे हैं। चीमा जी, स्वागत है तुहाडा। ये प्रश्न पत्र वाला की इल्जाम है तुहाडा? ये मॉडल प्रश्न पत्र है, मतलब लोग ये भी समझना चाहते हैं कि एग्जाम के लिए तैयार किया गया सी या तुसीं की दावा कर रहे हो? हेलो जी जी चीमा साहब, मेरी आवाज आ रही है? हाँ जी, हाँ जी। ਇਹ ਜਿਹੜੇ ਕੁਐਸਚਨ ਪੇਪਰ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਅਕਾਲੀ ਦਲ ਦੇ ਵੱਲੋਂ, ਕੀ ਤੁਸੀਂ ਦਾਅਵਾ ਕਰ ਰਹੇ ਹੋ? ਇਹ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਤੁਸੀਂ ਕਹਿ ਰਹੇ ਹੋ ਕਿ ਪੰਜਵੀਂ ਦੇ ਐਗਜ਼ਾਮ ਦੇ ਵਿੱਚ ਸਵਾਲ ਪੁੱਛੇ ਜਾਣੇ ਨੇ। ਇਹ ਨਹੀਂ, ਗੱਲ ਇਹ ਹੈ ਕਿ ਐਡਵਰਟਾਈਜ਼ਮੈਂਟ ਦੇ ਵੀ ਕੋਈ ਐਥਿਕਸ ਹੁੰਦੇ ਆ ਜੀ। ਬੱਚੇ ਜਿਹੜੇ ਪੰਜਵੀਂ ਜਮਾਤ ਦੇ ਬੱਚੇ ਆ, ਗਵਰਨਮੈਂਟ ਕਿੰਨੀ ਡੈਸਪਰੇਟ ਹੈ ਐਡਵਰਟਾਈਜ਼ਮੈਂਟ ਦੇ ਨਾਂ ਦੇ ਉੱਤੇ ਕਿ ਇੰਨਾ ਪੈਸਾ ਕਰੋੜਾਂ ਰੁਪਇਆ ਸਾਰਾ ਅਖਬਾਰਾਂ ਦੇ ਉੱਤੇ, ਚੈਨਲਾਂ ਦੇ ਉੱਤੇ, ਬਾਕੀ ਥਾਵਾਂ ਤੇ ਖਰਚ ਕੇ ਹਾਲੇ ਵੀ ਗਵਰਨਮੈਂਟ ਦੀ ਨਜ਼ਰ ਜਿਹੜੀ ਹੈ ਕਿ ਬੱਚਿਆਂ ਦੇ ਕੁਐਸਚਨ ਪੇਪਰਾਂ ਦੇ ਵਿੱਚ ਵੀ ਜਿਹੜੀ ਹੈ ਸੋਸ਼ਲ ਵੈਲਫੇਅਰ ਸਕੀਮ ਤੇ ਬੁਢਾਪਾ ਪੈਨਸ਼ਨ 750 ਤੋਂ 1500 ਹੋ ਗਈ। ਇਹ ਚੀਜ਼ ਬੱਚਿਆਂ ਨੂੰ ਸਿਖਾਉਂਦੀ ਤਾਂ ਹਾਲੇ ਹੋਰ ਬੱਚਿਆਂ ਨੂੰ ਬੜੀਆਂ ਪੋਜ਼ਿਟਿਵ ਚੀਜ਼ਾਂ ਹੈਗੀਆਂ ਜਿਹੜੀ ਛੋਟੇ ਬੱਚਿਆਂ ਨੂੰ ਸਿਖਾਈਆਂ ਜਾ ਸਕਦੀਆਂ ਜੀ। ਇਸ ਕਰਕੇ ਜਿਨ੍ਹਾਂ ਗੱਲਾਂ ਦੇ ਵਿੱਚ ਬੱਚਿਆਂ ਦਾ ਇੰਟਰਸਟ ਹੁੰਦਾ ਬੱਚਿਆਂ ਨੂੰ ਇਹ ਚੀਜ਼ਾਂ ਜਦੋਂ ਪ੍ਰਚਾਰ ਦਾ ਸਾਧਨ ਸਕੂਲਾਂ ਦੇ ਵਿੱਚ ਜੇ ਤੁਸੀਂ ਬਣਾਓਗੇ ਤੇ ਕਿਤੇ ਨਾ ਕਿਤੇ ਸਰਕਾਰ ਦੀ ਡੈਸਪਰੇਸ਼ਨ ਨਜ਼ਰ ਆਉਂਦੀ ਹੈ ਕਿ ਕਿਵੇਂ ਸਰਕਾਰ ਦੇ ਅਫਸਰ, ਸਰਕਾਰ ਦੇ ਮਹਿਕਮੇ ਇੱਕ ਦੂਜੇ ਤੋਂ ਅੱਗੇ ਹੋ ਕੇ ਜਿਵੇਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ
ਕਿ ਗਰਾਊਂਡ ਰਿਐਲਿਟੀ ਪੰਜਾਬ ਦੇ ਵਿੱਚ ਕੀ ਹੈ ਉਹ ਗੱਲ ਇੱਕ ਅਲੱਗ, ਪਰ ਐਡਵਰਟਾਈਜ਼ਮੈਂਟ ਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਣਾ, ਉਹਦੇ ਵਿੱਚ ਜਿਹੜੀਆਂ ਪੇਪਰਾਂ ਦੇ ਵਿੱਚ ਕੁਐਸਚਨ ਪੇਪਰਾਂ ਦੇ ਵਿੱਚ ਇੱਥੋਂ ਤੱਕ ਪਹੁੰਚ ਜਾਣਾ, ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਗਲਤ ਸੰਦੇਸ਼ ਦਿੰਦੀਆਂ। ਨਹੀਂ, ਇਸ ਕਰਕੇ ਕੁਝ ਐਥਿਕਸ ਹੁੰਦੇ ਆ ਬੱਚਿਆਂ ਦੇ ਨਾਲ ਲਾਜ਼ਮੀ ਤੌਰ ਤੇ ਚੀਮਾ ਸਾਹਿਬ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕੁਐਸਚਨ ਪੇਪਰ ਕਿਹੜਾ ਕੁਐਸਚਨ ਪੇਪਰ ਹੈ, ਇਹੀ ਕਲੀਅਰ ਨਹੀਂ ਹੈ ਕਿਹੜਾ ਕੁਐਸਚਨ ਪੇਪਰ ਹੈ ਜਿਸ ਨੂੰ ਅਕਾਲੀ ਦਲ ਨੇ ਜਾਰੀ ਕਰ ਦਿੱਤਾ। ਨੈਸ਼ਨਲ ਅਚੀਵਮੈਂਟ ਸਰਵੇ ਦੇ ਜਿਹੜੇ ਮਾਡਲ ਟੈਸਟ ਪੇਪਰ ਇਹਨਾਂ ਨੇ ਸਤੰਬਰ 'ਚ 5ਵੀਂ ਦੇ ਬੱਚਿਆਂ ਦਾ ਐਗਜ਼ਾਮੀਨੇਸ਼ਨ ਰੱਖਿਆ, ਇਹ ਉਹਦਾ ਮਾਡਲ ਪੇਪਰ ਹੈ। ਮੈਨੂੰ ਕਿਸੇ ਅਧਿਆਪਕ ਨੇ ਭੇਜਿਆ, ਕਿਸੇ ਜਰਨਲਿਸਟ ਦੇ ਰਾਹੀਂ, ਪੂਰਾ ਵੀ ਕੁਐਸਚਨ ਪੇਪਰ ਚਾਹੀਦਾ ਤੇ ਮੈਂ ਤੁਹਾਨੂੰ ਵੀ ਭੇਜ ਦੇਣਾ ਕਿ ਉਹਦੇ ਵਿੱਚ ਸਕੀਮ ਨੂੰ ਹਾਈਲਾਈਟ ਕਰਨ ਵਾਸਤੇ ਬੜਾ ਟੈਕਟਫੁਲੀ ਕਿਸੇ ਨੇ ਮਿਹਨਤ ਕੀਤੀ ਹੈ ਸਰਕਾਰ ਦੇ ਅਫਸਰ ਨੇ। ਜਿਹੜੀ 750 ਤੋਂ 1500 ਰੁਪਏ ਸਕੀਮ ਹੈ ਉਹਦੇ ਤੇ ਕੁਐਸਚਨ ਬਣਾ ਕੇ ਵੀ ਇਹ ਕਿਹੜੀ ਸਕੀਮ ਹੈ ਕਿਹੜੀ ਨਹੀਂ ਹੈ ਜੀ। ਇਸ ਕਰਕੇ ਇਹ ਸਕੀਮਾਂ ਵੱਡਿਆਂ ਨੂੰ ਜ਼ਰੂਰਤ ਹੈ, ਵੱਡਿਆਂ ਤੱਕ ਤੁਸੀਂ ਭੇਜੋ। ਸਰਕਾਰ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ, ਬੱਚਿਆਂ ਨੂੰ ਹਾਲੇ ਸਿਖਾਉਣ ਵਾਲੀਆਂ ਹੋਰ ਬੜੀਆਂ ਅੱਛੀਆਂ ਪੋਜ਼ਿਟਿਵ ਚੀਜ਼ਾਂ ਹੈਗੀਆਂ, ਬੱਚਿਆਂ ਦੇ ਇੰਟਰਸਟ ਦੀਆਂ ਉਹ ਚੀਜ਼ਾਂ ਸਿਖਾਓ। ਤੁਹਾਨੂੰ ਲੱਗਦਾ ਕਿ ਸਰਕਾਰ ਪ੍ਰਚਾਰ ਕਰ ਰਹੀ ਹੈ, ਪਰ 5ਵੀਂ ਜਮਾਤ ਵਾਲਿਆਂ ਦੀ ਤੁਸੀਂ ਵੀ ਜਾਣਦੇ ਹੋ ਕਿ ਵੋਟ ਤਾਂ ਨਹੀਂ ਹੋਣੀ, ਸਰਕਾਰ ਇਹ ਵੀ ਸਵਾਲ ਚੁੱਕੇਗੀ, ਸਰਕਾਰ ਦੇ ਨੁਮਾਇੰਦੇ ਵੀ ਸਵਾਲ ਚੁੱਕਣਗੇ। ਇਹੀ ਤਾਂ ਡੈਸਪਰੇਸ਼ਨ ਹੈ ਨਾ ਕਿ ਜਦੋਂ ਉਹਨਾਂ ਬੱਚਿਆਂ ਨੂੰ ਹਾਲੇ ਇਹਨਾਂ ਚੀਜ਼ਾਂ ਦੀ ਸਮਝ ਵੀ ਨਹੀਂ ਹੁੰਦੀ ਜੀ, ਤੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਇੰਟਰਸਟ ਦੀਆਂ ਚੀਜ਼ਾਂ ਕ੍ਰੀਏਟ ਕਰੋ। ਇਹੀ ਤੁਸੀਂ ਜੇ ਕੁਐਸਚਨ ਕੇਸ ਕਰਨੇ ਆ ਕੋਈ ਸਪੋਰਟਸ ਨਾਲ ਰਿਲੇਟਡ, ਕੋਈ ਹਿਸਟਰੀ ਨਾਲ ਰਿਲੇਟਡ, ਜਿਹੜੀ ਬੱਚੇ ਜਿਹੜੀ ਉਹਨਾਂ ਦੀ ਲਾਈਕਿੰਗ ਦੇ ਆ ਕੁਝ ਉਹ ਚੀਜ਼ਾਂ ਕ੍ਰੀਏਟ ਕਰੋ। ਘੱਟੋ ਘੱਟ ਐਗਜ਼ਾਮੀਨੇਸ਼ਨਾਂ ਨੂੰ ਇਸ ਲੈਵਲ ਤੱਕ ਤੇ ਨਾ ਲੈ ਜਾਓ ਕਿ ਪ੍ਰਚਾਰ ਜਿਹੜੇ ਸਰਕਾਰ ਦੇ ਆ ਉੱਥੇ ਤੱਕ ਤੁਸੀਂ ਐਗਜ਼ਾਮੀਨੇਸ਼ਨ ਦੇ ਪਾਸੇ ਧਿਆਨ ਰੱਖੋ ਜੀ। ਤੁਸੀਂ ਕੋਈ ਵਿਰੋਧ ਦਰਜ ਕਰਵਾਓਗੇ? ਨਹੀਂ, ਮੈਂ ਤੇ ਤੁਸੀਂ ਇੱਕ ਤਾਂ ਜਾਰੀ ਕਰ ਦਿੱਤਾ, ਮੀਡੀਆ ਦੇ ਵਿੱਚ ਗੱਲ ਆ ਗਈ ਕਿ ਕੋਈ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਵੀ ਇਸ ਦੀ ਕੋਈ ਕੰਪਲੇਂਟ ਕਰੋਗੇ? ਪਹਿਲੀ ਵਾਰੀ ਮੈਂ ਦੇਖਿਆ ਕਿ ਬੱਚਿਆਂ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਸਰਕਾਰ ਪਹੁੰਚ ਗਈ ਜੀ। ਇੱਥੋਂ ਤੱਕ ਵੀ ਜਿਹੜੀ ਆ ਬੁਢਾਪਾ ਪੈਨਸ਼ਨ ਦੀ ਐਡਵਰਟਾਈਜ਼ਮੈਂਟ ਦੇਣੀ ਜ਼ਰੂਰੀ ਹੈ। ਇਸ ਕਰਕੇ ਮੈਂ ਤਾਂ ਉਹਨਾਂ ਦਾ ਉਹੀ ਤਰੀਕਾ ਹਾਈਲਾਈਟ ਕੀਤਾ ਜੀ। ਗਵਰਨਮੈਂਟ ਕਿਸ ਲੈਵਲ ਤੱਕ ਜਿਹੜੀ ਹੈਗੀ ਆ ਉਹ ਡੈਸਪਰੇਟ ਹੈ। ਸ਼ੁਕਰੀਆ ਚੀਮਾ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਕੁਐਸਚਨ ਪੇਪਰ ਹੈ ਜੋ ਅਕਾਲੀ ਦਲ ਦੇ ਵੱਲੋਂ ਜਾਰੀ ਕੀਤਾ ਗਿਆ, ਉਸ ਦਾ ਇੱਕ ਸਕਰੀਨਸ਼ਾਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਸ ਦੇ ਵਿੱਚ ਲਿਖਿਆ ਕੀ ਗਿਆ, ਐਡਵਰਟਾਈਜ਼ਮੈਂਟ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਨਜ਼ਰ ਆ ਰਹੀ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਦਰਅਸਲ ਕੀ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਜੋ ਇੱਕ ਕੁਐਸਚਨ ਪੇਪਰ ਦੇ ਵਿੱਚ ਲਿਖਿਆ ਗਿਆ। ਇਹਦੇ ਵਿੱਚ ਦੂਜਾ ਸਵਾਲ, ਹੇਠਾਂ ਦਿੱਤੇ ਇਸ਼ਤਿਹਾਰ ਨੂੰ ਵੇਖ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਵਿਕਲਪਾਂ ਤੇ ਗੋਲਾ ਬਣਾਓ, ਯਾਨੀ ਆਬਜੈਕਟਿਵ ਟਾਈਪ ਕੁਐਸਚਨਸ ਨੇ। ਇਹ ਇੱਕ ਪੂਰੀ ਐਡ ਹੈ, ਪੂਰੀ ਐਡ ਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਗਿਆ ਕਿ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਤੇ ਇਸ ਦੀ ਸ਼ੁਰੂਆਤ ਹੋਈ ਹੈ 31 ਅਗਸਤ 2021 ਨੂੰ ਮੰਗਲਵਾਰ ਨੂੰ ਦੁਪਹਿਰ 3 ਵਜੇ ਤੇ ਉਸ ਤੋਂ ਬਾਅਦ 27 ਲੱਖ ਲੋਕਾਂ ਨੂੰ ਫਾਇਦਾ ਹੋਇਆ। ਇਸ ਦਾ 750 ਦੀ ਥਾਂ 1500 ਕਰ ਦਿੱਤੀ ਗਈ। 48,000 ਕਰੋੜ ਸਾਲਾਨਾ ਖਰਚ ਆਏਗਾ। ਇਹ ਪੂਰਾ ਐਡਵਰਟਾਈਜ਼ਮੈਂਟ ਦੇ ਵਿੱਚ ਹੈ। ਜਿਵੇਂ ਆਪਾਂ ਕੁਐਸਚਨ ਪੇਪਰ ਦੇ ਵਿੱਚ ਹੁੰਦਾ ਕਿ ਪੈਰਾ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਜਵਾਬ ਦਿਵੋ, ਤਾਂ ਉਸ ਤਰੀਕੇ ਨਾਲ ਕੁਝ ਇਹ ਹੈਗਾ। ਤੇ ਥੱਲੇ ਸਵਾਲ ਕੀ ਪੁੱਛੇ ਗਏ ਨੇ, ਜਿਹੜੇ ਹੇਠਾਂ ਸਵਾਲ ਪੁੱਛੇ ਗਏ ਨੇ, ਤਾਂ ਉਸ ਦੇ ਵਿੱਚ ਇੱਕ ਸਵਾਲ ਹੈ ਕਿ ਇਹ ਇਸ਼ਤਿਹਾਰ ਕਿਸ ਦੇ ਬਾਰੇ ਹੈ। 4 ਆਪਸ਼ਨ ਦਿੱਤੀਆਂ ਗਈਆਂ ਨੇ, ਬੱਚਿਆਂ ਬਾਰੇ, ਬਜ਼ੁਰਗਾਂ ਬਾਰੇ, ਪੈਨਸ਼ਨ ਵੰਡ ਬਾਰੇ, ਦਿਵਿਆਂਗਾਂ ਬਾਰੇ। ਇਹ 4 ਆਪਸ਼ਨ ਦੇ ਵਿੱਚੋਂ ਇੱਕ ਆਪਸ਼ਨ ਦੇ ਉੱਤੇ ਗੋਲਾ ਬਣਾਉਣਾ ਹੈ ਬੱਚਿਆਂ ਨੇ। ਤੇ ਉਸ ਤੋਂ ਬਾਅਦ ਇੱਕ ਹੋਰ ਸਵਾਲ ਪੁੱਛਿਆ ਗਿਆ ਹੈ ਇਸੀ ਇਸ਼ਤਿਹਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਸਵਾਲ ਹੈ ਕਿ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਦੀ ਸ਼ੁਰੂਆਤ ਕਦੋਂ ਕੀਤੀ ਗਈ। ਤਾਂ ਉਸ ਦੇ ਵਿੱਚ ਵੀ 4 ਆਪਸ਼ਨਸ ਦਿੱਤੀਆਂ ਗਈਆਂ ਨੇ, 31 ਅਗਸਤ 2020 ਨੂੰ, 31 ਅਗਸਤ 2021 ਨੂੰ, 31 ਅਗਸਤ 2019 ਨੂੰ। ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈ, 4 ਆਪਸ਼ਨਸ ਦਿੱਤੀਆਂ ਗਈਆਂ। ਸਹੀ ਦੇ ਉੱਤੇ ਗੋਲਾ ਬਣਾਉਣਾ, ਯਾਨੀ ਜਿਵੇਂ ਪਹਿਰੇ 'ਚ ਦੇਖ ਕੇ ਆਪਾਂ ਪੜ੍ਹ ਕੇ ਉਸ ਤੋਂ ਬਾਅਦ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ, ਕੁਝ ਉਸ ਤਰੀਕੇ ਨਾਲ ਇਸ ਨੂੰ ਫਾਰਮੈਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਕਾਲੀ ਦਲ ਸਵਾਲ ਇਸ ਦੇ ਉੱਤੇ ਚੁੱਕ ਰਿਹਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਸਬ ਇੰਸਪੈਕਟਰ ਭਰਤੀ ਪ੍ਰੀਖਿਆ ਦੇ ਉੱਤੇ। ਇੱਕ ਵੱਡੀ ਖਬਰ ਆ ਰਹੀ ਹੈ ਉਸ ਦੀ। ਜੀ ਹਾਂ, ਪੁਲਿਸ ਨੇ ਧੋਖਾਧੜੀ ਦੇ ਇਲਜ਼ਾਮ ਦੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 22 ਅਗਸਤ ਨੂੰ ਸਬ ਇੰਸਪੈਕਟਰ ਦੇ ਲਈ ਪ੍ਰੀਖਿਆ ਹੋਈ ਸੀ, ਵੱਖ-ਵੱਖ ਦਿਨ ਪ੍ਰੀਖਿਆਵਾਂ ਹੋਈਆਂ ਨੇ ਤੇ ਗ੍ਰਿਫਤਾਰੀ ਤੋਂ ਬਾਅਦ ਕੈਪਟਨ ਮੁੱਖ ਮੰਤਰੀ ਨੇ ਪੁਲਿਸ ਨੂੰ ਸਖਤ ਹੁਕਮ ਦਿੱਤੇ ਨੇ ਕਿ ਪੇਪਰ ਲੀਕ ਅਤੇ ਨਕਲ ਦੇ ਖਿਲਾਫ ਕਾਰਵਾਈ ਤੇਜ਼ ਕੀਤੀ ਜਾਵੇ। ਦਰਅਸਲ ਅਗਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੀਆਂ ਭਰਤੀਆਂ ਦੇ ਲਈ ਲਗਾਤਾਰ ਐਗਜ਼ਾਮ ਹੋ ਰਹੇ ਨੇ। 12 ਤੇ 19 ਸਤੰਬਰ ਤੱਕ ਇਹ ਉਮੀਦਵਾਰ ਪੇਪਰਾਂ ਦੇ ਲਈ ਬੈਠਣਗੇ। ਇਸ ਲਈ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੇ ਵਿੱਚ ਦਖਲ ਦਿੰਦੇ ਹੋਏ ਪੁਲਿਸ ਨੂੰ ਕਾਰਵਾਈ ਦੇ ਸਖਤ ਹੁਕਮ ਦੇ ਰਹੇ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਗਿਰਦਾਵਰੀ ਦੀ। ਜੀ ਹਾਂ, ਤਰਨਤਾਰਨ ਦੇ ਵਿੱਚ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਦੇ ਵੱਲੋਂ।
ਸੀਐਮ ਕੈਪਟਨ ਨੇ ਗਿਰਦਾਵਰੀ ਦੇ ਹੁਕਮ ਦਿੱਤੇ ਨੇ। ਤਰਨਤਾਰਨ ਦੇ ਵਿੱਚ ਮੀਂਹ ਦੇ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤੇ ਤਰਨਤਾਰਨ 'ਚ ਮੀਂਹ ਦੇ ਵਜ੍ਹਾ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ। ਪਿਛਲੇ 24 ਘੰਟਿਆਂ ਦੇ ਵਿੱਚ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਹੈ। ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ। ਪਿਛਲੇ 24 ਘੰਟਿਆਂ 'ਚ ਅੰਮ੍ਰਿਤਸਰ 'ਚ ਬਹੁਤ ਬਾਰਿਸ਼ ਹੋਈ ਸੀ, ਜਿਹੜੀ ਆਪਾਂ ਤਸਵੀਰਾਂ ਵੀ ਦੇਖੀਆਂ। ਤਰਨਤਾਰਨ ਦੇ ਵਿੱਚ ਵੀ, ਮਾਝੇ ਦੇ ਵਿੱਚ ਜਿਹੜੇ ਬਾਰਡਰ ਡਿਸਟ੍ਰਿਕਟ ਆ ਉੱਥੇ ਬਹੁਤ ਬਾਰਿਸ਼ ਹੋਈ ਹੈ। ਕੁਝ ਇਸ ਤਰੀਕੇ ਨਾਲ ਹੀ ਬਾਰਿਸ਼ ਤਾਂ ਲੁਧਿਆਣੇ ਜ਼ਿਲ੍ਹੇ 'ਚ ਵੀ ਹੋਈ, ਪਟਿਆਲਾ ਤੋਂ ਵੀ ਖਬਰਾਂ ਆਈਆਂ, ਹੋਰ ਵੱਖ-ਵੱਖ ਥਾਵਾਂ ਤੋਂ ਖਬਰਾਂ ਆਈਆਂ ਨੇ। ਪਰ ਤਰਨਤਾਰਨ ਦੇ ਵਿੱਚ ਨੁਕਸਾਨ ਕਾਫੀ ਹੋਇਆ ਹੈ। ਇਸ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਸੀ ਤੇ ਹੁਣ ਮੁੱਖ ਮੰਤਰੀ ਨੇ ਗਿਰਦਾਵਰੀ ਦੇ ਹੁਕਮ ਦਿੱਤੇ। ਹੁਣ ਕਰਨਾਲ ਦਾ ਰੁਖ ਕਰਦੇ ਹਾਂ। ਕਰਨਾਲ ਦੇ ਵਿੱਚ ਕਿਸਾਨਾਂ ਦਾ ਮੋਰਚਾ ਜੋ ਕਰੀਬ 5 ਦਿਨ ਤੋਂ ਚੱਲ ਰਿਹਾ ਸੀ, ਉਹ ਖਤਮ ਹੋ ਚੁੱਕਿਆ ਹੈ। ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਸਹਿਮਤੀ ਆਖਿਰ ਬਣ ਗਈ। ਬਸਤਾੜਾ ਲਾਠੀ ਚਾਰਜ ਦੇ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ। ਕਿਸਾਨਾਂ ਦਾ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਤਤਕਾਲੀ ਐਸਡੀਐਮ ਦੀ ਆਖਿਰ ਛੁੱਟੀ ਹੋਈ ਹੈ। ਕਰਨਾਲ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਅੱਗੇ ਆਖਿਰਕਾਰ ਪ੍ਰਸ਼ਾਸਨ ਨੂੰ ਝੁਕਣਾ ਹੀ ਪਿਆ। ਪ੍ਰਸ਼ਾਸਨ ਦੇ ਨਾਲ ਲੰਬੇ ਦੌਰ ਦੀ ਗੱਲਬਾਤ ਹੋਈ ਅਤੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। हल निकल गया है। उसमें जो 2-3 मांगे हमने रखी थी वो करीब सारी मानी जा चुकी हैं। जहाँ तक मृत परिवार की भरपाई का सवाल था वो हमने 1 नौकरी मांगी थी, लेकिन कल हमने उसके लिए 2 नौकरियां मांगी हैं। तो 2 नौकरियां सरकार ने मंजूर कर ली हैं। प्रशासन ने सीधी FIR की जो मांग कर रहे हैं वो हमारा कमज़ोर है। अगर उस पर सीधी FIR दर्ज होती है तो यहीं के प्रशासन ने उसकी इंक्वायरी करनी है, यहीं के थानेदार ने करनी है, तो वो उसकी इंक्वायरी अपने अधिकारियों के विरुद्ध करेगा नहीं, तो वो उसको कमज़ोर करेगा, उसको रद्द करेगा। लेकिन अगर हाई कोर्ट का जज इंक्वायरी करके और फ्रेश FIR दर्ज करवाता है तो वो हमारा सबसे मजबूत रहेगा। कोई डाउट नहीं है, कोई डायरेक्शन की जरूरत नहीं है, क्लियर है। यहाँ से एक बंदा नहीं जाना चाहिए, मेरे पास राय नहीं है, और अगर क्लियर हो तो उसका सर छुटा होना चाहिए किसी का। ਤਤਕਾਲੀ ਐਸਡੀਐਮ ਦੇ ਇसी ਵਾਇਰਲ ਵੀਡੀਓ ਦੇ ਉੱਤੇ ਜੰਮ ਕੇ ਸਿਆਸੀ ਬਵਾਲ ਹੋਇਆ ਸੀ ਅਤੇ ਕਿਸਾਨਾਂ ਨੇ ਮਹਾ ਪੰਚਾਇਤ ਕਰਕੇ ਮਿੰਨੀ ਸਕੱਤਰੇਤ ਦੇ ਬਾਹਰ ਡੇਰਾ ਲਗਾ ਦਿੱਤਾ ਸੀ। 5ਵੇਂ ਦਿਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣੀ, ਜਿਸ ਦੇ ਮੁਤਾਬਿਕ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਦੇ ਉੱਤੇ ਹੋਈ ਲਾਠੀ ਚਾਰਜ ਦੀ ਹਾਈ ਕੋਰਟ ਦੇ ਰਿਟਾਇਰਡ ਜੱਜ ਜਾਂਚ ਕਰਨਗੇ ਤੇ ਨਾਲ ਹੀ ਤਤਕਾਲੀ ਐਸਡੀਐਮ ਆਯੂਸ਼ ਸਿਨਹਾ ਨੂੰ 1 ਮਹੀਨੇ ਦੀ ਛੁੱਟੀ ਦੇ ਉੱਤੇ ਵੀ ਭੇਜ ਦਿੱਤਾ ਗਿਆ ਹੈ। 5 दिनों से करनाल के जिला सचिवालय के बाहर चल रहा किसानों का धरना प्रदर्शन अब खत्म हो गया है। आप देख सकते हैं किसान अब जाने की तैयारी में। जिस तरीके से पहले यहाँ पर लगातार काम होता था वैसे ही यहाँ पर काम होगा। जो तमाम मांगे थी किसानों की उस पर प्रशासन के साथ सहमति बन गई है और दूसरी तरफ जिला सचिवालय के बाहर जो फोर्स तैनात थी उसे भी यहाँ से अब हटा दिया जाएगा। ਉੱਥੇ ਪ੍ਰਸ਼ਾਸਨ ਨੇ ਮ੍ਰਿਤਕ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ 17 ਸਤੰਬਰ ਨੂੰ। ਜਿਵੇਂ 17 ਸਤੰਬਰ ਨੂੰ ਕਾਲਾ ਦਿਵਸ ਮਨਾਏਗਾ ਅਕਾਲੀ ਦਲ, ਸੰਸਦ ਤੱਕ ਮਾਰਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਦੇ ਹੋਏ ਨਜ਼ਰ ਆਉਣਗੇ। ਦਿੱਲੀ ਦੇ ਵਿੱਚ ਮਾਰਚ ਹੋਏਗਾ, ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਸ ਦੀ ਸ਼ੁਰੂਆਤ ਹੋਏਗੀ। ਪਾਰਲੀਮੈਂਟ ਤੱਕ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਮਾਰਚ ਕੱਢਿਆ ਜਾਵੇਗਾ। ਅਕਾਲੀ ਦਲ ਨੇ 17 ਸਤੰਬਰ ਦਾ ਦਿਨ ਕਿਉਂ ਚੁਣਿਆ? ਇਸ ਦੇ ਪਿੱਛੇ ਅਕਾਲੀ ਦਲ ਦਾ ਤਰਕ ਹੈ ਕਿ ਪਿਛਲੇ ਸਾਲ ਇਸੇ ਦਿਨ ਲੋਕ ਸਭਾ ਦੇ ਵਿੱਚ ਖੇਤੀ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਰੇਡ ਕਿਹਾ ਉਹ ਪਾਸ ਕੀਤੇ ਗਏ ਸੀ ਤੇ ਇਸੇ ਦਿਨ ਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਵਿੱਚ ਵਜ਼ਾਰਤ ਛੱਡ ਦਿੱਤੀ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਜਦੋਂ ਕਿਸਾਨਾਂ ਦੀ ਤੇ ਸਿਆਸੀ ਆਗੂਆਂ ਦੀ ਮੁਲਾਕਾਤ ਹੋਈ ਸੀ ਤਾਂ ਉਸ ਸਮੇਂ ਕਿਸਾਨ ਆਗੂਆਂ ਨੇ ਅਪੀਲ ਕੀਤੀ ਸੀ ਵਿਧਾਇਕਾਂ ਤੇ ਐਮਪੀਜ਼ ਨੂੰ ਕਿ ਤੁਸੀਂ ਜਾਓ ਪਾਰਲੀਮੈਂਟ ਦਾ ਘਿਰਾਓ ਕਰੋ ਜਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ। ਤਾਂ ਉਸ ਦੇ ਨਾਲ ਵੀ ਇਸ ਨੂੰ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ। ਅਕਾਲੀ ਦਲ ਨੇ ਇਹ ਫੈਸਲਾ ਕੀਤਾ ਹੈ ਕਿ 17 ਸਤੰਬਰ ਨੂੰ ਜਿਸ ਦਿਨ ਤਿੰਨੇ ਕਾਲੇ ਕਾਨੂੰਨਾਂ ਦਾ ਪਾਰਲੀਮੈਂਟ ਵਿੱਚ ਪਾਸ ਹੋਣ ਦਾ 1 ਸਾਲ ਪੂਰਾ ਹੁੰਦਾ, ਉਸ ਦਿਨ ਨੂੰ ਕਾਲੇ ਦਿਨ ਦੇ ਵਜੋਂ ਬਣਾਇਆ ਜਾਏਗਾ ਔਰ ਇਸ ਦਿਨ ਇੱਕ ਬਹੁਤ ਵੱਡਾ ਪ੍ਰੋਟੈਸਟ ਮਾਰਚ ਜਿਹੜਾ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਲੈ ਕੇ ਪਾਰਲੀਮੈਂਟ ਹਾਊਸ ਤੱਕ ਕੱਢਿਆ ਜਾਏਗਾ। ਇਹ ਫੈਸਲਾ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਾਰੇ MLA, ex-MLA, ਜ਼ਿਲ੍ਹਾ ਜਥੇਦਾਰ ਤੇ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰ
ਅੱਗੇ ਵਧਦੇ ਤੇ ਹੁਣ ਗੱਲ ਪੰਜਾਬ ਸਰਕਾਰ ਦੇ ਉਸ ਫਰਮਾਨ ਦੀ ਜਿਸ ਦੇ ਉੱਤੇ ਵਿਵਾਦ ਖੜਾ ਹੋ ਗਿਆ ਹੈ। ਸਰਕਾਰ ਨੇ ਕਿਹਾ ਕਿ ਟੀਕਾ ਨਾ ਲਗਾਉਣ ਵਾਲੇ ਮੁਲਾਜ਼ਮਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜ ਦਿੱਤਾ ਜਾਏਗਾ, ਪਰ ਇਹ ਫੈਸਲਾ ਨਾ ਤਾਂ ਮੁਲਾਜ਼ਮਾਂ ਨੂੰ ਨਾ ਹੀ ਵਿਰੋਧੀਆਂ ਨੂੰ ਹਜ਼ਮ ਹੋ ਰਿਹਾ ਹੈ। ਵੈਕਸੀਨੇਸ਼ਨ ਨੂੰ ਰਫ਼ਤਾਰ ਦੇਣ ਦੇ ਲਈ ਕੈਪਟਨ ਸਰਕਾਰ ਨੇ ਸਖਤੀ ਕੀ ਦਿਖਾਈ। ਸੂਬੇ ਦੇ ਵਿੱਚ ਸਿਆਸਤ ਸ਼ੁਰੂ ਹੋ ਗਈ ਹੈ। ਟੀਕਾ ਨਾ ਲਵਾਉਣ ਵਾਲੇ ਮੁਲਾਜ਼ਮਾਂ ਨੂੰ ਜਬਰੀ ਛੁੱਟੀ ਤੇ ਭੇਜੇ ਜਾਣ ਦੇ ਫਰਮਾਨ ਤੇ ਵਿਰੋਧੀ ਹੁਣ ਸਰਕਾਰ ਨੂੰ ਘੇਰਨ ਲੱਗੇ ਨੇ। ਪੁੱਛਣਾ ਚਾਹੁੰਦੇ ਕਿ ਉਹਨਾਂ ਮੁਲਾਜ਼ਮਾਂ ਦਾ ਕੀ ਕਸੂਰ ਹੈ ਜਿਹੜੇ ਵਾਰ-ਵਾਰ ਹਸਪਤਾਲਾਂ ਦੇ ਸੈਂਟਰਾਂ ਦੇ ਚੱਕਰ ਮਾਰ ਚੁੱਕੇ ਨੇ ਕਿ ਸਾਡੇ ਵੈਕਸੀਨੇਸ਼ਨ ਲਾ ਦਿਓ। ਕੈਪਟਨ ਸਾਹਿਬ, ਤੁਹਾਡੀ ਸਰਕਾਰ ਨੇ ਤਾਂ ਵੈਕਸੀਨੇਸ਼ਨ ਜਿਹੜੀ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਹੈ। ਤੁਹਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੈਂਟਰਾਂ ਵਿੱਚ ਤਾਂ ਵੈਕਸੀਨੇਸ਼ਨ ਕਰਵਾਉਣਾ ਹੋਵੇ ਤਾਂ ਬਹੁਤ ਵੱਡਾ ਜਿਹੜਾ ਇੱਕ ਕੰਮ ਬਣਿਆ ਹੋਇਆ। ਪਹਿਲਾਂ ਹਸਪਤਾਲਾਂ ਦੇ ਵਿੱਚ ਵੈਕਸੀਨੇਸ਼ਨ ਪੂਰੀ ਕਰੋ, ਜੇਕਰ ਫਿਰ ਨਹੀਂ ਕਰਵਾਉਂਦਾ ਫਿਰ ਤੁਸੀਂ ਕਹਿ ਸਕਦੇ ਹੋ। ਕੈਪਟਨ ਅਮਰਿੰਦਰ ਸਿੰਘ ਕੋਲੇ ਬਹੁਤ ਵਧੀਆ ਕਰੋਨਾ ਦਾ ਹਥਿਆਰ ਹੈਗਾ, ਉਹ ਉਦੋਂ ਕੱਢ ਕੇ ਉਹ ਮੂਹਰੇ ਲਿਆਉਂਦੇ ਆ। ਕਰੋਨਾ ਵਾਲੇ ਜਿੰਨ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਦਬਾਉਂਦੇ ਆ, ਮੁਲਾਜ਼ਮਾਂ ਨੂੰ ਵੀ ਦਬਾਉਂਦੇ ਆ ਤੇ ਆਪਣਾ ਉੱਲੂ ਵੀ ਸਿੱਧਾ ਚੰਗੀ ਤਰ੍ਹਾਂ ਕਰੀ ਜਾਂਦੇ ਆ, ਕਿਉਂਕਿ 2 ਸਾਲ ਹੋ ਗਏ ਇਸੇ ਆੜ ਦੇ ਵਿੱਚ ਚੱਲੀ ਜਾਂਦੇ ਆ। ਵੈਕਸੀਨ ਹੈ ਨਹੀਂ ਤੇ ਉਤੋਂ ਫਰਮਾਨ ਚਾੜਤਾ ਵੀ ਜਿਹਨੇ ਨਾ ਕਰਾਈ ਉਹਨੂੰ ਜਬਰੀ ਛੁੱਟੀ ਤੇ ਭੇਜ ਦਾਂਗੇ। ਤੇ ਇਹ ਮੈਨੂੰ ਤਾਂ ਲੱਗਦਾ ਕਿ ਹੋ ਸਕਦਾ ਤਨਖਾਹਾਂ ਘੱਟ ਕਰਨ ਦਾ ਹੋਰ ਮਨ ਹੋਵੇ। ਇਸ ਆੜ ਦੇ ਵਿੱਚ ਕੀ ਸੋਚ ਹੈ ਤਾਂ ਸਰਕਾਰ ਹੀ ਦੱਸ ਸਕਦੀ ਹੈ। ਸਰਕਾਰ ਦਾ ਫਰਮਾਨ ਮੁਲਾਜ਼ਮਾਂ ਨੂੰ ਵੀ ਨਾਗਵਾਰਾ ਗੁਜ਼ਰ ਰਿਹਾ ਹੈ। ਉਹਨਾਂ ਦੀ ਦਲੀਲ ਹੈ ਕਿ ਜਦੋਂ ਵੈਕਸੀਨ ਦੀ ਸਪਲਾਈ ਹੀ ਠੀਕ ਨਹੀਂ ਹੈ ਤਾਂ ਫਿਰ ਟੀਕਾ ਕਿਵੇਂ ਲਵਾਈਏ। ਮੈਂ ਸਮਝਦਾ ਸਰਕਾਰ ਦੀ ਨਲਾਇਕੀ ਹੈ। ਅੱਜ ਤੱਕ ਸਰਕਾਰ ਤੋਂ ਡੋਜ਼ੇ ਪੂਰੀ ਨਹੀਂ ਹੋਈ ਕਿਤੇ। ਵੱਖ-ਵੱਖ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਵੀ ਲੋਕਾਂ ਨੇ ਪ੍ਰਦਰਸ਼ਨ ਕੀਤੇ ਆ। ਸਾਡੀ ਤਾਂ ਇਹ ਮੰਗ ਹੈ ਵੀ ਹਰ ਨਾਗਰਿਕ ਨੂੰ ਜਿਹੜੀ ਹੈ ਉਹ ਫ੍ਰੀ ਡੋਜ਼ ਲੱਗਣੀ ਚਾਹੀਦੀ ਹੈ। ਲੋਕ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਲੁੱਟ ਹੋ ਰਿਹਾ ਹੈ ਡੋਜ਼ ਲਵਾਉਣ ਵਾਸਤੇ। ਲੋਕ ਹਰ ਮੁਲਾਜ਼ਮ ਤਿਆਰ ਹੈ ਡੋਜ਼ ਲਵਾਉਣ ਲਈ, ਪਰ ਸਰਕਾਰ ਜਿਹੜੀ ਹੈ, ਇਹ ਸਰਕਾਰ ਦੀ ਨਾਕਾਮੀ ਜਿਹੜੀ ਹੈ, ਕੇਂਦਰ ਸਰਕਾਰ ਦੀ ਵੀ ਤੇ ਸਟੇਟਾਂ ਦੀ ਵੀ ਨਾਕਾਮੀ ਸਾਹਮਣੇ ਆਈ ਹੈ। ਜਦੋਂ ਲੋਕਾਂ ਨੂੰ ਡੋਜ਼ੇ ਪੂਰੀ ਨਹੀਂ ਹੋਈ ਹੈ, ਲੋਕ ਤਾਂ ਲਿਆਉਣ ਨੂੰ ਤਿਆਰ ਹੈ। ਲੋਕ ਤਾਂ ਨਹੀਂ, ਮੁਲਾਜ਼ਮ ਲਗਾਤਾਰ ਲਵਾ ਰਹੇ, ਜਿੱਥੇ ਲੋਕਾਂ ਨੂੰ ਮਿਲਦਾ ਹੈ, ਜਿੱਥੇ ਨਹੀਂ ਮਿਲਦੀ ਉੱਥੇ ਰਹਿ ਰਿਹਾ ਹੈ, ਮੁਲਾਜ਼ਮ ਲਵਾ ਰਹੇ ਲਗਾਤਾਰ। ਇਹਨਾਂ ਨੂੰ ਚਾਹੀਦਾ ਵੀ ਇਹ ਕੈਂਪ ਲਾਉਣ ਜਾ ਕੇ। ਕੈਪਟਨ ਸਰਕਾਰ ਨੇ ਬੀਤੇ ਦਿਨ ਹੀ ਇਹ ਹੁਕਮ ਦਿੱਤਾ ਸੀ ਕਿ ਜੇਕਰ ਕਿਸੇ ਸਰਕਾਰੀ ਕਰਮਚਾਰੀ ਨੇ ਕੋਰੋਨਾ ਦਾ ਟੀਕਾ ਨਹੀਂ ਲਵਾਇਆ ਤਾਂ ਫਿਰ ਉਹਨਾਂ ਨੂੰ 15 ਸਤੰਬਰ ਤੋਂ ਬਾਅਦ ਜਬਰੀ ਛੁੱਟੀ ਤੇ ਭੇਜ ਦਿੱਤਾ ਜਾਏਗਾ। ਯਾਨੀ ਟੀਕੇ ਦਾ ਸਿੱਧਾ ਅਸਰ ਤਨਖਾਹ ਤੇ ਹੋਵੇਗਾ। ਚੰਡੀਗੜ੍ਹ ਤੋਂ ਰੋਹਿਤ ਬਾਂਸਲ, ਨਿਊਜ਼ 18।